ਗਾਨੀਆਂ ਦੀ ਛਣ-ਛਣ ਨਾਲ ਮੈਨੂੰ ਹੋਰ ਵੀ ਜੋਸ਼ ਚੜ੍ਹ ਰਿਹਾ ਸੀ। ਮੇਰੇ ਅੰਦਰ ਪਤਾ ਨਹੀਂ ਕੀ ਹੁੱਜਾਂ ਵੱਜਦੀਆਂ ਪਈਆਂ ਸਨ। ਮੈਂ ਤੇਜ਼ ਤੋਂ ਤੇਜ਼ ਹੋਣਾ ਚਾਹੁੰਦਾ ਸਾਂ। ਮੈਨੂੰ ਸਬਰ ਨਹੀਂ ਸੀ ਆ ਰਿਹਾ। ਮੇਰਾ ਤੇ ਜਿਵੇਂ ਪੋਹ ਹੀ ਛੱਟ ਗਿਆ ਸੀ। ਹਰ ਚੀਜ਼ ਆਪਣੇ ਇੰਤਹਾ ਉੱਤੇ ਅੱਪੜੀ ਜਾਪਦੀ ਸੀ, ਪਰ ਮੈਂ ਹੋਰ ਇੰਤਹਾ ਚਾਹੁੰਦਾ ਸਾਂ, ਹੋਰ ਤੇ ਹੋਰ। ਮੈਂ ਹਰ ਚੀਜ਼ ਤੋਂ ਬੇਖਬਰ ਸਾਂ। ਇੱਕਦਮ ਚਾਚੇ ਜੋਗ ਨੂੰ ਰੋਕ ਕੇ ਮੈਨੂੰ ਧੌਣੋਂ ਫੜ ਕੇ ਗਾਦੀ ਤੋਂ ਲਾਹ ਕੇ ਗੁੱਸੇ ਨਾਲ ਆਖਿਆ, ਓਏ ਕਿਹੜੀ ਸ਼ੈ ਤੈਨੂੰ ਚੈਨ ਨਹੀਂ ਲੈਣ ਦਿੰਦੀ? ਚਾਚੇ ਨੂੰ ਸਾਹ ਚੜਿਆ ਹੋਇਆ ਸੀ। ਉਹ ਖੌਰੇ ਕਾਹਲੀ ਵਿੱਚ ਭੱਜ ਕੇ ਆਇਆ ਹੋਣਾ ਏ। ਉਸ ਹੋਰ ਵੀ ਬਹੁਤ ਕੁਝ ਆਖਿਆ, ਸਗੋਂ ਗਾਲਾਂ ਵੀ ਦਿੱਤੀਆਂ, ਪਰ ਮੈਂ ਕੀ ਜਵਾਬ ਦਿੰਦਾ? ਚਾਚੇ ਆਖਿਆ, ਤੂੰ ਤਾਂ ਹਰ ਸ਼ੈ ਤੋੜ ਕੇ ਬਰਬਾਦ ਕਰ ਦੇਣੀ ਸੀ ਜੇ ਮੈਂ ਨਾ ਆਉਂਦਾ ਤਾਂ। ਪਰ ਮੈਂ ਤੇ ਅਜੇ ਸਰੂਰ ਵਿੱਚ ਸਾਂ, ਕੋਈ ਜਵਾਬ ਨਾ ਦਿੱਤਾ। ਚਾਚਾ ਫੇਰ ਚਲਾ ਗਿਆ। ਕਈ ਹੋਰ ਸਵਾਣੀਆਂ ਵੀ ਪਾਣੀ ਭਰਨ ਆਈਆਂ ਤੇ ਗਈਆਂ, ਪਰ ਉਹ ਗੱਲ ਕਿੱਥੇ ਸੀ। ਹੁਣ ਮੇਰੇ ਅੰਦਰ ਦੀ ਉਦਾਸੀ ਵਧਣ ਲੱਗ ਪਈ ਸੀ। ਇੱਕਦਮ ਜਿਵੇਂ ਕਿਸੇ ਖੁਸ਼ੀ ਖੋਹ ਲਈ ਹੋਵੇ। ਮੇਰਾ ਹਰ ਚੀਜ਼ ਤੋਂ ਦਿਲ ਉੱਠਣ ਲੱਗ ਪਿਆ। ਮੇਰੇ ਅੰਦਰ ਇੰਨੀ ਛੇਤੀ ਉਦਾਸੀ ਆਈ ਕਿ ਮੈਂ ਆਪ ਹੈਰਾਨ ਸਾਂ ਕਿ ਇੰਜ ਕਿਉਂ ਹੋ ਰਿਹਾ ਏ। ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਕਦੇ ਵੀ ਉਦਾਸ ਨਾ ਹੁੰਦਾ। ਦੁਪਹਿਰ ਤੀਕਰ ਖੂਹ ਵਗਦਾ ਰਿਹਾ ਸੀ। ਖੂਹ ਦਾ ਰਾਗ ਵੀ ਉਹੀ ਸੀ, ਜੋਗ ਦੀਆਂ ਗਾਨੀਆਂ ਵੀ ਉਹੀ ਸਨ, ਪਰ ਹੁਣ ਮੈਨੂੰ ਇਹ ਸਭ ਕੁਝ ਸ਼ੋਰ ਲੱਗਦਾ ਸੀ। ਜੋਗ ਦੇ ਗਲੋਂ ਤੇ ਮੈਂ ਗਾਨੀਆਂ ਲਾਹ ਕੇ ਰੱਖ ਦਿੱਤੀਆਂ ਸਨ, ਪਰ ਖੂਹ ਦੀਆਂ ਚੀਕਾਂ ਤੇ ਮੇਰੇ ਅੰਦਰ ਦੀਆਂ ਚੀਕਾਂ ਬਣਦੀਆਂ ਜਾਂਦੀਆਂ ਸਨ। ਪੇਸ਼ੀ ਵੇਲੇ ਦੂਜੀ ਜੋਗ ਜੋ ਦਿੱਤੀ ਗਈ, ਪਿਓ ਸ਼ੇਖੂਪੁਰੇ ਤੋਂ ਪਰਤ ਆਇਆ ਸੀ। ਮੈਨੂੰ ਵੀ ਘਰ ਜਾਵਣ ਦੀ ਆਜ਼ਾਦੀ ਮਿਲ ਗਈ। ਨਾਲ ਹੀ ਇਹ ਹੁਕਮ ਹੋਇਆ ਕਿ ਜੋਗ ਨੂੰ ਲਿਜਾ ਕੇ ਪੱਠੇ ਪਾਵਣੇ ਨਹੀਂ। ਮੈਂ ਪਿਓ ਦੇ ਹੁਕਮ ਉੱਤੇ ਅਮਲ ਕਰਦਿਆਂ ਇੰਝ ਹੀ ਕੀਤਾ। ਨਿੰਮੋ ਝੂਣਾ ਤੇ ਉਦਾਸ ਬੈਠਾ ਸਾਂ ਕਿ ਮਾਂ ਵੇਖ ਕੇ ਪੁੱਛਿਆ, ਕੀ ਗੱਲ ਏ ਗੋਗੀ, ਤੇਰਾ ਮੂੰਹ ਕਿਉਂ ਲੱਥਾ ਹੋਇਆ ਏ? ਕੁਝ ਨਹੀਂ ਮਾਂ। ਕੁਝ ਤੇ ਹੈ, ਫਿਰ ਇੰਨਾ ਭੈੜਾ ਕਿਉਂ ਪਿਆ ਹੋਇਆ ਏ? ਮੈਂ ਕੋਈ ਭੈੜਾ ਨਹੀਂ ਪਿਆ, ਐਵੇਂ ਸਿਰ ਨੂੰ ਚੱਕਰ ਆ ਗਏ ਸਨ। ਮੇਰੇ ਇਸ ਝੂਠੇ ਬਹਾਨੇ ਉੱਤੇ ਮਾਂ ਸਦਕੇ ਵਾਰੀ ਹੁੰਦਿਆਂ ਆਖਿਆ, ਤੂੰ ਬਹੁਤੀ ਦੇਰ ਗਾਦੀ ਉੱਤੇ ਨਹੀਂ ਸੀ ਬਹਿਣਾ, ਥੱਲੇ ਉੱਤਰ ਆਉਂਦਾ, ਲਿਆ ਮੈਂ ਤੇਰੇ ਸਿਰ ਨੂੰ ਮੁੱਠੀਆਂ ਭਰ ਦਿਆਂ। ਮਾਂ ਮੇਰਾ ਸਿਰ ਦੱਬਣ ਲੱਗ ਪਈ। ਮਾਂ ਫੇਰ ਆਖਿਆ, ਜੋਗ ਮਾੜੀ ਤੇ ਨਹੀਂ ਸੀ, ਆਪੇ ਟੁਰੀ ਰਹਿੰਦੀ ਏ, ਤੂੰ ਝੱਟ ਪਰ ਗਾਦੀ ਤੋਂ ਲੈ ਆਵਣਾ ਸੀ। ਉਹ ਤੇ ਠੀਕ ਏ ਮਾਂ, ਪਰ ਮੈਨੂੰ ਤੇ ਥੱਲੇ ਵੀ ਚੱਕਰ ਆਉਂਦੇ ਸਨ। ਥੱਲੇ ਵੀ ਚੱਕਰ ਆਉਂਦੇ ਸਨ? ਮਾਂ ਮੇਰੀ ਗੱਲ ਤੇ ਹੈਰਾਨ ਹੋਈ। ਥੱਲੇ ਕਿਉਂ ਚੱਕਰ ਆਉਂਦੇ ਸੀ? ਮਾਂ ਉੱਠ ਕੇ ਮੇਰੇ ਲਈ ਰੋਟੀ ਲੈ ਆਈ, ਕੱਚੇ ਦੁੱਧ ਦਾ ਗਲਾਸ ਤੇ ਨਾਲ ਗੁੜ ਦੀ ਭੇਲੀ। ਮਾਂ ਆਖਿਆ, ਕਾਕਾ, ਕੱਚਾ ਦੁੱਧ ਪੇਸ਼ੀ ਵੇਲੇ ਤੀਕਰ ਠੀਕ ਨਹੀਂ ਰਹਿ ਸਕਦਾ, ਤੂੰ ਆਪਣੀਆਂ ਆਦਤਾਂ ਛੱਡ ਦੇ। ਕਿਹੜੀਆਂ ਆਦਤਾਂ ਮਾਂ? ਤੁਸੀਂ ਤੇ ਮੈਨੂੰ ਐਵੇਂ ਝਾੜਦੇ ਰਹਿੰਦੇ ਹੋ। ਕੀ ਬੁਰਾਈ ਏ ਮੇਰੇ ਵਿੱਚ? ਕੋਈ ਵੀ ਤੈਨੂੰ ਬੁਰਾ ਨਹੀਂ ਸਮਝਦਾ। ਮਾਂ ਪਿਆਰ ਨਾਲ ਮੇਰੀ ਕੰਡ ਉੱਤੇ ਹੱਥ ਫੇਰਿਆ, ਫੇਰ ਆਖਿਆ, ਤੇਰੇ ਲਈ ਮੈਂ ਗੋਗੀ ਗਾਂ ਸਵੇਰ ਤੋਂ ਡੱਕੀ ਹੋਈ ਸੀ। ਹੁਣ ਤੂੰ ਆਇਆ ਤੇ ਚੋਈਏ। ਇਸ ਗੱਲ ਦਾ ਜੇ ਤੇਰੇ ਪਿਓ ਨੂੰ ਮਾਲੂਮ ਹੋਇਆ ਤੇ ਗੁੱਸੇ ਹੋਵੇਗਾ। ਪਿਓ ਤਾਂ ਗੁੱਸੇ ਹੁੰਦਾ ਹੀ ਰਹਿੰਦਾ ਏ ਮਾਂ, ਉਹਦੇ ਹਿਰਦੇ ਵਿੱਚ ਜ਼ਹਿਰ ਭਰਿਆ ਹੋਇਆ ਏ, ਉਹਨੂੰ ਕਰਨ ਦੇ ਗੁੱਸਾ। ਇੰਝ ਨਹੀਂ ਆਖੀਦਾ ਗੋਗੀ। ਮਾਂ ਹੋਰ ਵੀ ਮੱਤ ਦਿੱਤੀ ਹੋਣੀ ਏ, ਪਰ ਮੈਂ ਤੇ ਰੋਟੀ ਖਾ ਕੇ ਬਾਹਰ ਨਿਕਲ ਗਿਆ। ਇੱਕ ਦਿਨ ਸਵੇਰੇ ਸਵੇਰੇ ਮਾਂ ਮੈਨੂੰ ਜਗਾ ਕੇ ਆਖਿਆ, ਕਾਕਾ, ਉੱਠ ਕੇ ਮੂੰਹ ਹੱਥ ਧੋ ਲੈ, ਮੈਂ ਜ਼ਰਾ ਲਿਆਰੀਆਂ ਦੀਆਂ ਧਾਰਾਂ ਕੱਢ ਲਵਾਂ। ਮੇਰੇ ਹੱਥ ਮੂੰਹ ਧੋਤੇ ਬਿਨਾਂ ਹੀ ਲਿਆਰੀਆਂ ਦੁੱਧ ਦੇ ਦੇਣਗੀਆਂ ਮਾਂ, ਮੈਨੂੰ ਅਜੇ ਸੁੱਤਾ ਰਹਿਣ ਦੇ। ਮੇਰੀ ਇਸ ਗੱਲ ਉੱਤੇ ਮਾਂ ਨੂੰ ਹਾਸਾ ਆਇਆ। ਆਖਿਆ, ਨਹੀਂ ਕਾਕਾ, ਇਹ ਗੱਲ ਨਹੀਂ। ਹੋਰ ਕੀ ਏ? ਮੈਂ ਉਕਤਾ ਗਿਆ ਸਾਂ। ਆਏ ਹਾਏ, ਇਸ ਮੁੰਡੇ ਨਾਲ ਮੈਂ ਗੱਲਾਂ ਵਿੱਚ ਰੁੱਝੀ ਹੋਈ ਆਂ, ਉੱਧਰ ਵੱਛਾ ਗਾਂ ਚੁੰਗੀ ਜਾਂਦਾ ਏ। ਮਾਂ ਨੇ ਜਾ ਕੇ ਵੱਛੇ ਨੂੰ ਗਾਂ ਕੋਲੋਂ ਪਾਸੇ ਕੀਤਾ, ਦੋਣਾ ਲੈ ਕੇ ਗਾਂ ਨੂੰ ਚੋਣ ਲੱਗ ਪਈ। ਨਾਲ ਹੀ ਮੈਨੂੰ ਆਖਣ ਲੱਗੀ, ਅੱਜ 11ਵੀਂ ਸ਼ਰੀਫ ਏ, ਆਪਣੀ ਮਾਸੀ ਨੂੰ ਵੀ ਦੁੱਧ ਦੇ ਆ। ਮੈਂ ਉੱਠ ਕੇ ਬੈਠ ਗਿਆ ਤੇ ਸੋਚਣ ਲੱਗ ਪਿਆ, ਕੌਣ ਮਾਸੀ? ਇੱਥੇ ਤਾਂ ਮੇਰੀ ਕੋਈ ਮਾਸੀ ਨਹੀਂ ਰਹਿੰਦੀ। ਮੈਂ ਪੁੱਛਿਆ, ਕਿਹੜੀ ਮਾਸੀ ਏ ਇੱਥੇ ਮਾਂ? ਤੇਰੀ ਮਾਸੀ ਬਸ਼ੀਰਾਂ। ਕੌਣ ਮਾਸੀ ਬਸ਼ੀਰਾਂ? ਮੈਨੂੰ ਤੇ ਕੁਝ ਪਤਾ ਨਹੀਂ। ਹੁਣ ਕਿੱਥੋਂ ਨਿਕਲੀ ਏ ਮਾਸੀ? ਉਸ ਦਿਨ ਤੇ ਬੜਾ ਨੱਠ ਕੇ ਬੈਠਾ ਹੋਇਆ ਸੈਂ ਮਾਸੀ ਕੋਲ, ਅੱਜ ਤੈਨੂੰ ਚੇਤਾ ਹੀ ਨਹੀਂ? ਮੈਨੂੰ ਅਜੇ ਵੀ ਕੁਝ ਸਮਝ ਨਹੀਂ ਆਈ। ਮੈਂ ਹੈਰਾਨ ਸਾਂ। ਭੂਆ ਵਿਹੜੇ ਵਿੱਚ ਬੌਕਰ ਦੇ ਰਹੀ ਸੀ। ਮੇਰੇ ਵੱਲ ਵੇਖ ਕੇ ਮੁਸਕਰਾਈ ਤੇ ਆਖਿਆ, ਉਹ ਜਿਹੜੇ ਨਵੇਂ ਆਏ ਨੇ ਭਗਤਪੁਰੇ ਦੇ ਅਰਾਈ ਲੋਕ। ਮੈਨੂੰ ਸਮਝ ਆ ਗਈ। ਮੇਰੇ ਮਨ ਦੇ ਅੰਦਰੋਂ ਬਿਜਲੀ ਵਾਂਗ ਲਹਿਰਾਂ ਉੱਠੀਆਂ। ਮੇਰਾ ਦਿਲ ਕੀਤਾ ਉੱਡ ਕੇ ਮਾਸੀ ਕੋਲ ਅੱਪੜ ਜਾਵਾਂ, ਉੱਥੇ ਹੀ ਤੇ ਜ਼ੋਰਾ ਸੀ। ਭੂਆ ਫੇਰ ਆਖਿਆ, ਜਿਸ ਸਵਾਣੀ ਤੈਨੂੰ ਕੋਲ ਬਿਠਾਇਆ ਸੀ ਉਹ ਬਸ਼ੀਰਾਂ ਏ ਤੇ ਭਾਬੀ ਦੀ ਭੈਣ ਬਣ ਗਈ ਏ। ਜ਼ੋਰਾ ਮੇਰੀ ਸਹੇਲੀ ਬਣ ਗਈ ਏ। ਭੂਆ ਇੱਕੋ ਸਾਹ ਵਿੱਚ ਸਾਰਾ ਕੁਝ ਦੱਸੀ ਜਾ ਰਹੀ ਸੀ।
ਉਹਨੇ ਇਹ ਵੀ ਦੱਸਿਆ ਕਿ ਲੋਕ ਭਗਤਪੁਰੇ ਵਿੱਚ ਲੋਕਾਂ ਦੀਆਂ ਪੈਲੀਆਂ ਵਿੱਚ ਸਬਜ਼ੀਆਂ ਨੂੰ ਗੋਡੀ ਦੇਵਣ ਦੀ ਮਜ਼ਦੂਰੀ ਕਰਦੇ ਸਨ। ਹੁਣ ਇੱਥੇ ਆ ਕੇ ਜ਼ਿਮੀਂਦਾਰ ਕੋਲੋਂ ਭੋਏ ਹਿੱਸੇ ਉੱਤੇ ਲੈ ਕੇ ਆਪ ਸਬਜ਼ੀ ਬੀਜਿਆ ਕਰਨਗੇ। ਇਹਨਾਂ ਦੇ ਖਿਆਲ ਵਿੱਚ ਆਪ ਵਾਹੀ ਬੀਜੀ ਕਰਨ ਵਾਲਾ ਬੰਦਾ ਇੱਜ਼ਤਦਾਰ ਹੁੰਦਾ ਏ ਤੇ ਕਿਸੇ ਦੀ ਫਸਲ ਨੂੰ ਗੋਡੀ ਕਰਨ ਜਾਂ ਮਜ਼ਦੂਰੀ ਕਰਨਾ ਹੀਣਾ ਕੰਮ ਹੁੰਦਾ ਏ। ਵਾਹ, ਇੰਨਾ ਕੁਝ ਹੋ ਗਿਆ, ਮੈਨੂੰ ਪਤਾ ਹੀ ਨਹੀਂ। ਹੁਣ ਮੈਂ ਕਾਲੀ ਨਾਲ ਜਾਣਾ ਚਾਹੁੰਦਾ ਸਾਂ। ਉੱਠ ਕੇ ਝੱਟ ਜਾਵਣ ਲਈ ਤਿਆਰ ਹੋ ਗਿਆ। ਮੇਰੀ ਕਾਲੀ ਉੱਤੇ ਭੂਆ ਮੁਸਕਰਾਈ। ਮੈਂ ਸ਼ਰਮਿੰਦਾ ਹੋ ਗਿਆ ਤੇ ਅੱਖਾਂ ਨੀਵੀਆਂ ਕਰ ਲਈਆਂ। ਮਾਂ ਦੋਣੇ ਵਿੱਚ ਦੁੱਧ ਪਾ ਕੇ ਮੈਨੂੰ ਫੜਾਇਆ ਤੇ ਮੈਂ ਝੱਟ ਤੁਰ ਪਿਆ। ਅਰਾਈ ਲੋਕਾਂ ਦੇ ਘਰ ਹੀ ਦੋ ਸਨ, ਇੱਕ ਚਾਚਾ ਅੱਲਾ ਦਿੱਤੇ ਦਾ ਤੇ ਦੂਜਾ ਬਾਬਾ ਉਮਰਦੀਨ ਦਾ। ਉਮਰਦੀਨ ਦੀ ਇੱਕ ਵਹੁਟੀ ਤੇ ਇੱਕ ਜਵਾਨ ਧੀ, ਮਾਝਾਂ ਸੀ। ਚਾਚਾ ਅੱਲਾ ਦਿੱਤੇ ਦੇ ਨਾਲ ਜੋਹਰਾ ਤੇ ਉਹਦਾ ਭਰਾ ਸੀ। ਮਾਸੀ ਬਸ਼ੀਰਾ ਅੱਲਾ ਦਿੱਤੇ ਦੀ ਵਹੁਟੀ ਸੀ ਤੇ ਇਹਦੀ 1-2 ਸਾਲ ਦੀ ਧੀ ਅੱਲਾ ਰੱਖੀ ਸੀ। ਉਹਨਾਂ ਬੜੀ ਛੇਤੀ ਹੀ ਆਪਣੇ ਰਹਿਣ ਲਈ ਆਸਰੇ ਬਣਾ ਲਏ ਹੋਏ ਸਨ। ਮੈਂ ਮਾਸੀ ਬਸ਼ੀਰਾਂ ਦੇ ਵਿਹੜੇ ਲਾਗੇ ਆ ਕੇ ਖਲੋ ਗਿਆ। ਵਿਹੜੇ ਦੇ ਅੰਦਰ ਜ਼ੋਹਰਾ ਆਟਾ ਪਈ ਗੁਆਂਦੀ ਸੀ। ਅੱਗੇ ਜਾਣ ਲਈ ਮੇਰੇ ਵਿੱਚ ਹਿੰਮਤ ਨਹੀਂ ਸੀ ਆ ਰਹੀ। ਮੈਂ ਝਾਕ ਰਿਹਾ ਸਾਂ। ਜ਼ੋਹਰਾ ਦੀ ਮੇਰੇ ਵੱਲ ਕੰਡ ਸੀ। ਉਹਦੀ ਕੰਡ ਉੱਤੇ ਉਹਦੇ ਲੰਮੇ ਸੁਨਹਿਰੇ ਵਾਲ ਬਹੁਤ ਸੋਹਣੇ ਲੱਗ ਰਹੇ ਸਨ। ਆਟਾ ਗੁੰਨਣ ਨਾਲ ਉਹਦੇ ਹਿੱਲਣ ਨਾਲ ਵਾਲਾਂ ਦੀ ਹਰਕਤ ਹੋਰ ਵੀ ਮਨ ਖਿੱਚਵੀਂ ਸੀ। ਕੰਡ ਤੇ ਪੇਲ ਦੇ ਵਾਲ ਨਿੱਕੇ ਨਿੱਕੇ ਵਾਲ ਖਾਂਦੇ ਹੋਏ ਬੜੇ ਹੀ ਸੋਹਣੇ ਲੱਗ ਰਹੇ ਸਨ। ਮੈਂ ਇਹੀ ਨਜ਼ਾਰਾ ਵੇਖਣ ਲੱਗ ਪਿਆ। ਜ਼ੋਹਰਾ ਜਦ ਆਟਾ ਗੁੰਨ ਕੇ ਉੱਠੀ ਤਾਂ ਮੈਂ ਝੱਟ ਬੋਲਿਆ, ਮਾਸੀ ਕਿੱਥੇ ਵੇ? ਜ਼ੋਹਰਾ ਝੱਟ ਮੇਰੇ ਵੱਲ ਧਿਆਨ ਕੀਤਾ ਤੇ ਮੁਸਕਰਾਉਂਦੀ ਹੋਈ ਮੇਰੇ ਕੋਲ ਆਈ। ਉਹਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ। ਮੇਰੀ ਗੱਲ ਤੇ ਉਸ ਆਪਣੀ ਉਂਗਲੀ ਨਾਲ ਥੋੜਾ ਜਿਹਾ ਆਟਾ ਮਲਦਿਆਂ ਹੋਇਆਂ ਆਖਿਆ, ਅੱਗੇ ਲੰਘ ਆ ਜਾਂਦੀ ਏ ਤੇਰੀ ਮਾਸੀ ਵੀ। ਇਹਦੇ ਵਿੱਚ ਕੀ ਏ? ਉਸ ਮੇਰੇ ਹੱਥੋਂ ਦੁੱਧ ਵਾਲਾ ਦੋਣਾ ਫੜ ਲਿਆ। ਉਹਦੇ ਹੱਥ ਦੀ ਉਂਗਲੀ ਮੇਰੀ ਗੱਲ ਉੱਤੇ ਲੱਗੀ ਸੀ। ਮੇਰੇ ਸਾਰੇ ਜੁੱਸੇ ਵਿੱਚੋਂ ਕੋਈ ਅਜਿਹੀ ਲਹਿਰ ਆਈ ਕਿ ਮੈਂ ਸਰੂਰ ਤੇ ਝਿਜਕ ਵਿੱਚ ਹੀ ਖੁੱਭਦਾ ਗਿਆ। ਮਸਾਂ ਮਰ ਕੇ ਬੋਲਿਆ, ਇਹ ਦੁੱਧ ਮਾਸੀ ਵਾਸਤੇ ਮਾਂ ਨੇ ਘੱਲਿਆ ਏ। ਮੇਰੀ ਇਹ ਗੱਲ ਸੁਣ ਕੇ ਉਸ ਝੂਠੀ ਮੁੱਠੀ ਦਾ ਰੋਸਾ ਵਿਖਾਇਆ ਤੇ ਆਖਿਆ, ਤੇ ਮੇਰੇ ਵਾਸਤੇ ਨਹੀਂ? ਨਾਲ ਹੀ ਮੈਨੂੰ ਬਾਂਹ ਫੜ ਕੇ ਲਿਜਾ ਕੇ ਮੰਜੀ ਉੱਤੇ ਜਾ ਬਿਠਾਇਆ। ਫਿਰ ਮੇਰੀ ਠੋਡੀ ਹੇਠਾਂ ਆਟੇ ਲਿਬੜਿਆ ਹੱਥ ਦੇ ਕੇ ਆਪਣੇ ਵੱਲ ਮੇਰਾ ਮੂੰਹ ਕਰਦਿਆਂ ਆਖਿਆ, ਵੇ ਤੂੰ ਅੱਗੇ ਅੰਦਰ ਕਿਉਂ ਨਹੀਂ ਸੀ ਆਉਂਦਾ? ਮੈਂ ਤੈਨੂੰ ਖਾ ਤੇ ਨਹੀਂ ਜਾਣਾ ਸੀ? ਜਵਾਬ ਵਿੱਚ ਮੈਂ ਕੁਝ ਨਾ ਬੋਲਿਆ। ਮੈਂ ਖੌਰੇ ਕੀ ਹੁੰਦਾ ਜਾ ਰਿਹਾ ਸੀ। ਮੇਰੇ ਜੁੱਸੇ ਦੀ ਹਰ ਚੀਜ਼, ਹਰ ਹਰਕਤ ਫੜਕਦੀ ਤੇ ਕੰਬਦੀ ਜਾ ਰਹੀ ਸੀ। ਮੇਰੀ ਹਾਲਤ ਹੀ ਅਜੀਬ ਤੋਂ ਅਜੀਬ ਹੁੰਦੀ ਪਈ ਸੀ। ਦਿਲ ਕਰੇ ਉੱਠ ਕੇ ਜ਼ੋਰਾ ਦੇ ਸੀਨੇ ਲੱਗ ਜਾਵਾਂ ਤੇ ਰੱਜ ਕੇ ਰੋਵਾਂ, ਪਰ ਮੇਰੀ ਝਿਜਕ ਮੈਨੂੰ ਮੁੜਕੋ ਮੁੜਕੀ ਕੀਤੀ ਜਾ ਰਹੀ ਸੀ। ਜ਼ੋਹਰਾ ਉੱਠ ਕੇ ਆਪਣੇ ਹੱਥ ਧੋਤੇ ਤੇ ਮੈਨੂੰ ਵੀ ਮੂੰਹ ਪੂੰਝਣ ਲਈ ਕੱਪੜਾ ਲਿਆ ਫੜਾਇਆ। ਮਾਸੀ ਬਸ਼ੀਰਾਂ ਬਾਹਰੋਂ ਆਈ ਤੇ ਮੈਨੂੰ ਕੁਝ ਹੋਸ਼ ਆਈ। ਮਾਸੀ ਆਮਦਿਆਂ ਹੀ ਆਖਿਆ, ਬਿਸਮਿਲ੍ਲਾ, ਮੇਰਾ ਭਣੇਵਾਂ ਆਇਆ ਏ। ਜ਼ੋਰਾ, ਮੇਰੇ ਭਣੇਵੇਂ ਵਾਸਤੇ ਛੇਤੀ ਨਾਲ ਰੋਟੀ ਪਕਾ। ਨਹੀਂ ਮਾਸੀ, ਮੈਨੂੰ ਅਜੇ ਕੋਈ ਭੁੱਖ ਨਹੀਂ, ਅੰਮਾ ਉਡੀਕਦੀ ਹੋਵੇਗੀ। ਦਿਲ ਤੇ ਮੇਰਾ ਇੱਥੇ ਰਹਿਣ ਨੂੰ ਕਰਦਾ ਸੀ। ਉੱਤੋਂ ਮੈਂ ਜਾਵਣ ਦੀ ਕਾਹਲੀ ਵਿਖਾਈ। ਮਾਸੀ ਆਖਿਆ, ਤੂੰ ਸੈਰ ਉੱਤੇ ਪੈਰ ਰੱਖ ਕੇ ਆਇਆ ਏ, ਮਾਸੀ ਕੋਲ ਵੀ ਝੱਟ ਬਹਿ ਜਾਇਆ ਕਰ। ਮੇਰੇ ਬੋਲਣ ਤੋਂ ਪਹਿਲਾਂ ਹੀ ਜ਼ੋਰਾ ਬੋਲੀ, ਇਹ ਤੇ ਘੋੜੇ ਤੇ ਚੜ੍ਹਿਆ ਹੀ ਜਾਪਦਾ ਏ। ਇੰਨੀ ਗੱਲ ਕਰਕੇ ਮੇਰੇ ਵੱਲ ਵੇਖ ਕੇ ਮੁਸਕਰਾਈ। ਮੈਂ ਉੱਠ ਆਇਆ। ਤੁਰਦੇ ਹੋਏ ਮਾਸੀ ਨੇ ਆਖਿਆ, ਮਾਂ ਨੂੰ ਮੇਰਾ ਸਲਾਮ ਦੇਵੀਂ। ਅੱਛਾ ਮਾਸੀ, ਆ ਜਾਇਆ ਕਰ ਕਦੀ ਕਦੀ ਮਾਸੀ ਕੋਲ ਵੀ। ਪਿੱਛੋਂ ਫੇਰ ਮਾਸੀ ਨੇ ਆਖਿਆ। ਮੈਂ ਘਰ ਪਰਤ ਆਇਆ। ਪਤਾ ਨਹੀਂ ਮੈਨੂੰ ਕੀ ਝਾਕਾ ਸੀ ਕਿ ਡਰ ਸੀ। ਜ਼ੋਰਾ ਨੂੰ ਮਿਲਣ ਨੂੰ ਜੀ ਬਹੁਤ ਕਰਦਾ, ਪਰ ਵਿਹੜੇ ਨਾ ਵੜਦਾ। ਬਾਹਰੋਂ ਹੀ ਝਾਤੀਆਂ ਮਾਰਦਾ ਸਾਂ। ਲੰਡੂ ਦਾ ਹਾਲ ਸ਼ਦਾਈਆਂ ਵਰਗਾ ਹੋ ਗਿਆ ਸੀ। ਰਾਤ ਦੀ ਹੋਸ਼ ਨਾ ਦਿਨ ਦੀ ਖਬਰ। ਸਵਾਣੀਆਂ ਵਾਂਗ ਰੋਂਦਾ ਰਹਿੰਦਾ ਸੀ। ਲੋਕਾਂ ਲਈ ਮੌਜੂ ਬਣ ਗਿਆ। ਜਿਹੜਾ ਮਿਲਦਾ ਇਹੀ ਪੁੱਛਦਾ, ਓਏ ਲੰਡੂ, ਹੋਸ਼ਾਂ ਤਾਂ ਉੱਡ ਗਈਆਂ। ਲੰਡੂ ਵੀ ਇਕਰਾਰ ਕਰਦਾ ਤੇ ਹੌਂਕੇ ਭਰ ਕੇ ਬੋਲਦਾ, ਆਹੋ ਜੀ, ਹੋਸ਼ਾਂ ਉੱਡ ਗਈਆਂ। ਘਰ ਵਿੱਚ ਇੱਕ ਪਲ ਵੀ ਨਹੀਂ ਸੀ ਟਿਕਦਾ। ਆਉਂਦਾ ਤੇ ਚਲਾ ਜਾਂਦਾ। ਮੇਰਾ ਉਹਨਾਂ ਦੇ ਘਰ ਆਵਣ ਜਾਣ ਸੀ। ਲੰਘਦਿਆਂ ਹੋਇਆਂ ਗਲੀ ਵਿੱਚ ਵੀ ਲੰਡੂ ਨਾਲ ਸਾਹਮਣਾ ਹੋ ਜਾਇਆ ਕਰਦਾ ਸੀ। ਇੱਕ ਸ਼ਾਮ ਨੂੰ ਮਿਲਿਆ ਤੇ ਮੈਂ ਆਖਿਆ, ਓਏ ਚਾਚਾ, ਕਿਉਂ ਲੁਕਾਈ ਲਈ ਮੌਜੂ ਬਣਿਆ ਹੋਇਆ ਏ? ਕੁਝ ਹੋਸ਼ ਕਰ। ਰਾਤ ਦਿਨ ਤੇਰੀ ਜ਼ੁਬਾਨ ਤੇ ਹੋਸ਼ਾਂ ਹੀ ਰਹਿੰਦੀ ਏ। ਕੁਝ ਮਾਪਿਆਂ ਦਾ ਵੀ ਖਿਆਲ ਕਰ। ਜਵਾਬ ਵਿੱਚ ਉਸ ਆਖਿਆ, ਓਏ ਗੋਗੀ, ਤੂੰ ਵੀ ਲੋਕਾਂ ਵਾਂਗ ਤਾਨੇ ਮਾਰਦਾ ਏ। ਉਹ ਬੜਾ ਉਦਾਸ ਸੀ। ਤੈਨੂੰ ਮੈਂ ਭਤੀਜਾ ਨਹੀਂ, ਆਪਣਾ ਬੇਲੀ ਸਮਝਣਾ ਵਾਂ, ਪਰ ਤੂੰ ਤੇ ਪੱਛ ਲਾਨਾ ਏ। ਫਿਰ ਪੱਛਾਂ ਤੇ ਲੂਣ ਧੂੜਨਾ ਏ। ਇੰਨੀ ਗੱਲ ਕਰਕੇ ਉਹ ਚਲਾ ਗਿਆ। ਲੰਡੂ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਬੜਾ ਹੀ ਦਰਦ ਭਰਿਆ ਗਿਆ। ਵਿਚਾਰੇ ਦੀ ਕੀ ਹਾਲਤ ਬਣੀ ਹੋਈ ਏ। ਕੋਈ ਵੀ ਤੇ ਇਹਦੇ ਨਾਲ ਹਮਦਰਦੀ ਨਹੀਂ ਕਰਦਾ। ਸੱਚੀ ਗੱਲ ਏ। ਪਹਿਲੇ ਵੀ ਮੈਂ ਆਖਿਆ ਸੀ,
ਚਾਚਾ, ਤੂੰ ਹੋਸ਼ਾਂ ਦੇ ਘਰ ਜਨਮ ਲੈ ਲੈਂਦਾ ਤੇ ਚੰਗਾ ਸੀ। ਉਦੋਂ ਵੀ ਮੇਰੇ ਮੂੰਹੋਂ ਮੰਦਾ ਨਿਕਲਿਆ ਸੀ ਤੇ ਹੁਣ ਵੀ ਮੈਂ ਕੋਈ ਚੰਗੀ ਗੱਲ ਨਹੀਂ ਸੀ ਕੀਤੀ। ਗਲੀ ਵਿੱਚੋਂ ਜਾਂਦੇ ਨੂੰ ਮੈਂ ਗੌਰ ਨਾਲ ਵੇਖਿਆ ਤਾਂ ਉਹਦੇ ਕਦਮ ਡੋਲਦੇ ਹੋਏ ਦਿਸਦੇ ਸਨ। ਬੇਮਕਸਦ ਟੁਰਿਆ ਜਾਂਦਾ ਸੀ, ਜਿਵੇਂ ਜਿਹੜੇ ਪਾਸੇ ਹੋਸ਼ਾਂ ਦੇ ਪੇਕੇ ਰਹਿੰਦੇ ਸਨ ਉਸੇ ਪਾਸੇ ਪਿੰਡੋਂ ਬਾਹਰ ਜਾ ਕੇ ਖਾਲੀ ਖੋਲਿਆਂ ਵੱਲ ਤੱਕੀ ਜਾਂਦਾ ਸੀ, ਜਿਵੇਂ ਮੈਂ ਸ਼ਾਹੂ ਦੇ ਖੋਲਿਆਂ ਵੱਲ ਧਿਆਨ ਲਾਈ ਰੱਖਣਾ ਵਾਂ। ਸਾਰੀ ਰਾਤ ਉੱਥੇ ਹੀ ਬੈਠਾ ਰਹਿੰਦਾ ਸੀ। ਲੰਡੂ ਦੀ ਮਾਂ ਜੇ ਉੱਥੋਂ ਨਾ ਭਾਲ ਕਰੇ ਤਾਂ ਲੰਡੂ ਖੌਰੇ ਬਿਨਾਂ ਖਾਦਿਆਂ ਪੀਤਿਆਂ ਹੀ ਉੱਥੇ ਬੈਠਾ ਰਵੇ ਤੇ ਪੂਰਾ ਹੋ ਜਾਵੇ। ਉਹਦੀ ਮਾਂ ਕੋਲੋਂ ਉਹਦੀ ਇਹ ਹਾਲਤ ਵੇਖੀ ਨਾ ਗਈ। ਆਖਰ ਮਾਂ ਸੀ, ਪੁੱਤਰ ਦੀ ਜ਼ਿੱਦ ਅੱਗੇ ਸਿਰ ਨੀਵਾਂ ਕਰ ਲਿਆ। ਮਾਂ ਧੀ ਨੂੰ ਰਾਜ਼ੀ ਕਰ ਲਿਆ। ਪਤਾ ਨਹੀਂ ਕਿਵੇਂ ਹੋਸ਼ਾਂ ਨੂੰ ਖਬਰ ਕਰ ਦਿੱਤੀ ਗਈ ਤੇ ਵਿਆਹ ਦੀ ਤਾਰੀਖ ਪੱਕੀ ਹੋ ਗਈ। ਲੰਡੂ ਦਾ ਤੇ ਨਿਕਾਹ ਹੋਣਾ ਹੀ ਸੀ, ਪਰ ਉਹਦੀ ਭੈਣ ਲਈ ਤੇ ਵਾਜੇ ਵੱਜਣੇ ਸਨ, ਲਾੜੇ ਸਿਹਰੇ ਬੰਨਣੇ ਸਨ। ਲੰਡੂ ਤੇ ਬਿਨਾਂ ਸਿਹਰਿਆਂ ਦੇ ਵਾਜਾਂ ਹੀ ਖੁਸ਼ ਸੀ। ਚਾਈ ਭੈਣ ਦੇ ਵਿਆਹ ਦੀ ਤਿਆਰੀ ਵਿੱਚ ਰੁੱਝਾ। ਮੈਂ ਵੀ ਲੰਡੂ ਨਾਲ ਹੱਥ ਪਵਾਉਣ ਲੱਗ ਗਿਆ। ਕਦੀ ਉਹਦੇ ਨਾਲ ਰਲ ਕੇ ਬਾਹਰੋਂ ਬਾਲਣ ਵੱਢ ਕੇ ਲਿਆਉਂਦਾ ਤੇ ਕਦੀ ਕੋਈ ਹੋਰ ਨਿੱਕਾ ਮੋਟਾ ਕੰਮ ਕਰਵਾ ਦਿੰਦਾ ਸਾਂ। ਵਿਆਹ ਦੇ ਦਿਨ ਨੇੜੇ ਆ ਗਏ। ਇੱਕ ਰਾਤ ਪਹਿਲੇ ਮੈਨੂੰ ਸੜਕ ਉੱਤੇ ਰੋਂਦੂ ਮਿਲਿਆ। ਮੈਂ ਪੁੱਛਿਆ, ਅੱਜ ਕਿਹੜੇ ਘਰ ਨੂੰ ਠੱਗਿਆ ਈ ਰੋਂਦੂ? ਰੋਂਦੂ ਹੱਸਦਿਆਂ ਹੋਇਆਂ ਮੈਨੂੰ ਸ਼ੁਰਲੀਆਂ ਪਟਾਕੇ ਵਿਖਾਏ ਜਿਹੜੇ ਉਹ ਖਰੀਦ ਕੇ ਸ਼ਹਿਰੋਂ ਲੈ ਕੇ ਆਇਆ ਸੀ। ਬੋਲਿਆ, ਇਹ ਵੇਖ, ਲੰਡੂ ਦੇ ਵਿਆਹ ਲਈ ਸ਼ੁਰਲੀਆਂ ਪਟਾਕੇ ਆਪਣੇ ਪੱਲਿਓਂ ਖਰੀਦ ਕੇ ਲਿਆਇਆ ਵਾਂ। ਆਪਣੇ ਪੱਲਿਓਂ ਨੇ ਜ਼ੋਰ ਪਾ ਕੇ ਆਖਿਆ ਸੀ, ਹੁਣ ਲੰਡੂ ਨੂੰ ਵੀ ਠੱਗਣਾ ਚਾਹੁੰਦਾ ਏ ਮਾਂ ਦਿਆ ਕਸਮਾਂ। ਮੇਰੇ ਮੂੰਹੋਂ ਨਿਕਲਿਆ, ਤੂੰ ਸੜਦਾ ਹੀ ਰਹਿਣਾ ਏ। ਰੋਂਦੂ ਆਖ ਕੇ ਚਲਾ ਗਿਆ। ਮੈਂ ਸੋਚਣ ਲੱਗ ਪਿਆ ਕਿ ਰੋਂਦੂ ਦੇ ਠੱਗਣ ਦਾ ਤਰੀਕਾ ਕੀ ਏ। ਪਹਿਲੇ ਅਗਲੇ ਨੂੰ ਆਪਣਾ ਬਣਾਉਂਦਾ ਏ, ਫਿਰ ਉਹਦੇ ਕੋਲੋਂ ਜੋ ਵੀ ਠੱਗਿਆ ਜਾਂਦਾ ਏ ਉਹ ਠੱਗ ਲੈਂਦਾ ਏ। ਠਗੀਚਣ ਵਾਲਾ ਬੁਰਾ ਵੀ ਨਹੀਂ ਸਮਝਦਾ, ਸਗੋਂ ਰੋਂਦੂ ਦਾ ਬੇਲੀ ਬਣਿਆ ਰਹਿੰਦਾ ਏ। ਪਰ ਮੈਂ ਤੇ ਇੰਜ ਨਹੀਂ ਕਰ ਸਕਦਾ, ਨਾ ਕਿਸੇ ਨੂੰ ਠੱਗਣਾ ਨਾ ਠਗੀਚਣਾ। ਸਿੱਧੀ ਡੰਡੀ ਉੱਤੇ ਜਾਵਣਾ ਤੇ ਸਿੱਧੀ ਡੰਡੀ ਉੱਤੇ ਆਵਣਾ। ਇੰਜ ਸਿੱਧੇ ਸੁਭਾਅ ਤੇ ਸਾਫ਼ ਗੋਈ ਦਾ ਕੌਣ ਬੇਲੀ ਹੋ ਸਕਦਾ ਏ? ਕੌਣ ਬੇਲੀ ਰਹਿ ਸਕਦਾ ਏ? ਲੋਕ ਤੇ ਧੋਖਾ ਖਾਵਣ ਤੇ ਫਰੇਬ ਪਸੰਦ ਨੇ। ਲਾਰੇ ਲੱਪੇ ਵਿੱਚ ਖੁਸ਼ ਰਹਿਣ ਵਾਲੇ, ਜੂਆ ਖੇਡਣ ਵਾਲੇ, ਕੁਝ ਖੋਵਣ ਤੇ ਕੁਝ ਖਵਾਉਣ ਲਈ ਹਰ ਵੇਲੇ ਤਿਆਰ ਰਹਿੰਦੇ ਜਾਪਦੇ ਸਨ। ਮੈਨੂੰ ਇਹ ਸਾਰਾ ਕੁਝ ਪਸੰਦ ਨਹੀਂ ਸੀ। ਫਿਰ ਮੈਨੂੰ ਭਲਾ ਕੌਣ ਪਸੰਦ ਕਰਦਾ? ਰੋਂਦੂ ਨੇ ਲੰਡੂ ਦੇ ਵਿਆਹ ਵਿੱਚ ਬਹੁਤ ਖੁਸ਼ੀ ਤੇ ਜੋਸ਼ ਵਿਖਾਇਆ ਸੀ। ਸ਼ੁਰਲੀਆਂ ਪਟਾਕੇ ਚਲਾਏ ਸਨ। ਹੋਸ਼ਾਂ ਤੇ ਲੰਡੂ ਨੂੰ ਮਿਠਾਈ ਵੀ ਖਵਾਈ ਸੀ। ਲੰਡੂ ਤੇ ਹੋਸ਼ਾਂ ਦੋਵੇਂ ਖੁਸ਼ ਵੀ ਬਹੁਤ ਸਨ। ਰੋਂਦੂ ਉੱਤੇ ਇਤਬਾਰ ਵੀ ਕਰਨ ਲੱਗ ਪਏ ਸਨ। ਮੇਰੇ ਪੱਲੇ ਤੇ ਕੁਝ ਵੀ ਨਹੀਂ ਸੀ। ਮੈਂ ਆਪਣੇ ਬੇਲੀ ਲੰਡੂ ਉੱਤੇ ਕੀ ਵਾਰ ਸਕਦਾ ਸਾਂ? ਮੇਰੀ ਬੇਵਸੀ ਉੱਤੇ ਰੋਂਦੂ ਮੇਰੇ ਵੱਲ ਮੁਸਕਰਾ ਵੇਖਦਾ ਸੀ। ਲੰਡੂ ਦੇ ਵਿਆਹ ਵਿੱਚ ਉਸ ਲੀੜੇ ਵੀ ਨਵੇਂ ਪਾਏ ਹੋਏ ਸਨ ਤੇ ਜੁੱਤੀ ਵੀ ਗੁਰਗਾਬੀ ਸੀ। ਸੱਜੇ ਹੱਥ ਦੀ ਉਂਗਲੀ ਵਿੱਚ ਇੱਕ ਸੋਨੇ ਦੀ ਮੁੰਦਰੀ ਵੀ ਪਾਈ ਹੋਈ ਸੀ। ਮੈਂ ਇਹ ਸਾਰਾ ਕੁਝ ਨਹੀਂ ਸਾਂ ਕਰ ਸਕਦਾ, ਮੈਥੋਂ ਨਹੀਂ ਸੀ ਹੋ ਸਕਦਾ। ਫਿਰ ਵੀ ਮੈਂ ਆਪਣੀ ਉਲਝਣ ਭੁੱਲ ਕੇ ਲੰਡੂ ਦੇ ਵਿਆਹ 'ਤੇ ਬਹੁਤ ਖੁਸ਼ ਸਾਂ। ਹੋਸ਼ਾਂ ਨੂੰ ਆਪਣੀ ਵਹੁਟੀ ਬਣਾ ਕੇ ਲੰਡੂ ਵੀ ਤੇ ਬਹੁਤ ਖੁਸ਼ ਸੀ। ਵਿਆਹ ਤੋਂ ਅਗਲੇ ਦਿਨ ਬਸ਼ੀਰਾਂ ਸਾਡੇ ਘਰ ਆਈ। ਮਾਂ ਉਹਦੀ ਬਹੁਤ ਟਹਿਲ ਸੇਵਾ ਕੀਤੀ, ਸੇਵੀਆਂ ਪਕਾਈਆਂ, ਉਹਦੀ ਬਾਲੜੀ ਨਾਲ ਪਿਆਰ ਕੀਤਾ। ਮੇਰੀ ਮਾਂ ਨਾਲੋਂ ਮਾਸੀ ਸਾਡੇ ਘਰ ਆ ਕੇ ਬਹੁਤ ਖੁਸ਼ ਮਾਲੂਮ ਹੋ ਰਹੀ ਸੀ। ਹੱਸ ਗੱਲਾਂ ਕਰਦੀ, ਗੁਟਕਦੀ ਵਾਹਵਾ ਲੱਗਦੀ ਸੀ। ਉਹਦੇ ਸਿਰ ਤੋਂ ਕੁਵਾਰੀਆਂ ਵਾਂਗ ਚੁੰਨੀ ਡਿੱਗ ਪੈਂਦੀ ਸੀ। ਮੇਰੀ ਮਾਂ ਨੂੰ ਭੈਣ ਕਹਿ ਕੇ ਬੁਲਾਉਂਦੀ ਸੀ। ਮਾਂ ਉਹਦਾ ਨਾਂ ਲੈ ਕੇ ਗੱਲ ਕਰਦੀ, ਨੀ ਬਸ਼ੀਰਾਂ, ਤੂੰ ਮੇਰੀ ਛੋਟੀ ਭੈਣ ਵਾਂਗ ਏਂ, ਜਦ ਜੀ ਕਰੇ ਆ ਜਾਇਆ ਕਰ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।